चक्र चिन्ह अर वर्ण जात, हर पात निहिन जह। रूप रंग अर रेख पेख, को कह न सकत केहे। चल मूर्ति अनपौ प्रकाश, अमितो ये कह जय। कोट इंद्र इंद्रान, साहे साहान गिन जय। त्रिपवन मिहिप सुर नर असुर, नेत नेत बन तिरन कहत। त्वै सर्वनाम कथय कवन, कर्म नाम वर्णत समत। हस कृपान खंडो खड़ग, तुक तवरि अरती। सैफ सुरोही सहथी, यह हमारा पीर। तीर तुही सैथी तुही, तुही तवर तरवार। नाम तिहारू जो जपै, पै सिंध पवार। काल तुही काली तुही, तुही तेगी हर तीर। तुही निशानी जीत की, आज तुही जगवीर। कड़क केत में शरण तिहारी, आप हास लिहु वारी। सर्व ठाउर मोह सहाई, दुष्ट दोख ते लिहु बुचाई। नमस्कार श्री खड्ग को, करो सुहित चित लाय। पूरन करो ग्रंथि, तुम मोहि करो सहाय। मुकुचरै शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहाँ बुद्ध प्रभु तुझ हमारी, बर न सकै महिमा जो तिहारी। हम न सकत करो सिफत तुम्हारी, आप लिहो तुम कथा सुधारी। हम न सकत करो सिफत तुम्हारी, आप लिहो तुम कथा सुधारी। वाहेगुरु साहिब जीओ। अकाल पुरख बाच चौपई, मैं अपना सुत तोहि निवाजा। पंथ प्रचुर कर बेकह साजा, जाहे तहाँ तै धर्म चलाय। कुबुद्ध करन ते लोक हटाय। अकाल पुरख बाच चौपई, मैं अपना सुत तोहि निवाजा।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਹੀ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ ਹੈ। ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ। ਜਿਸ ਤਰ੍ਹਾਂ ਆਪਣੇ ਅਵਤਾਰ ਧਾਰਨ ਦੀ ਤਥਾ ਪਹਿਲੇ ਸਮੇਂ ਦੀ, ਜਿਵੇਂ ਆਪ ਜੀ ਹੇਮਕੁੰਟ ਦੇ ਸਥਾਨ 'ਤੇ ਰਹੇ, ਉੱਥੇ ਮਹਾਨ ਤਪੱਸਿਆ ਕੀਤੀ, ਉਹ ਆਪਣੇ ਕਰ ਕਮਲਾਂ ਵਿੱਚ ਕਲਮ ਪਕੜ ਕੇ ਆਪ ਹੀ ਸਾਨੂੰ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਬਾਣੀ ਲਿਖ ਕੇ ਲਿਖ ਦਿੱਤਾ। ਉਹ ਕੱਲ੍ਹ ਸਾਰਾ ਪ੍ਰਸੰਗ ਆਪਾਂ ਪੜ੍ਹਿਆ ਸੀ ਕਿ ਪਰਮੇਸ਼ਰ ਨੇ ਤਪ ਸਾਧਨਿਆਂ ਕਰਦਿਆਂ ਸਾਨੂੰ ਜਦੋਂ ਇੱਕ ਰੂਪ ਹੋ ਗਏ ਸੀ, ਫਿਰ ਆਪਣੇ ਕੋਲ ਸੱਦ ਲਿਆ ਸੀ। ਜਿਵੇਂ ਕਿਹਾ ਵੀ ਬਹੁਤ ਭੇਜੇ ਨੇ, ਜਦੋਂ ਤੋਂ ਸ੍ਰਿਸ਼ਟੀ ਬਣਾਈ ਹੈ ਕੋਈ ਵੀ ਜਿਸ ਕਾਰਜ ਲਈ ਭੇਜੇ ਸੀ ਉਹ ਕਰ ਨਹੀਂ ਸਕਿਆ। ਤੁਸੀਂ ਜਾਓ। ਕੀ ਕਿਹਾ ਸੀ ਅਕਾਲ ਪੁਰਖ ਨੇ ਕਿ ਸਭ ਤੋਂ ਪਹਿਲਾਂ ਅਸੀਂ ਦੋ ਦੈਂਤ ਰਚੇ ਸੀ, ਮਧੂ ਕੈਟਵ। ਉਹੀ ਬਲਬਾਹਾਂ ਦੇ ਹੰਕਾਰ ਦੇ ਵਿੱਚ ਆ ਕੇ ਕਮਲੇ ਹੋ ਗਏ ਤੇ ਪੂਜਣਾ ਤਾਂ ਮੈਨੂੰ ਸੀ, ਅਤੇ ਉਹਦੀ ਪੂਜਾ ਕਰਨ ਵੱਲੋਂ ਰਹਿ ਗਏ। ਹੰਕਾਰ ਵਿੱਚ ਆ ਕੇ ਉਹ ਜੰਗ ਜੁੱਧੀ ਕਰਨ ਲੱਗ ਪਏ। ਫਿਰ ਉਹ ਛੁਡਾਈ ਨਾਰਾਜ਼ੀ ਕਰਕੇ ਅਸੀਂ ਉਹਨਾਂ ਨੂੰ ਖਤਮ ਕਰ ਦਿੱਤਾ। ਉਹਨੇ ਥਾਂ ਜਿਹੜੇ ਦੇਵਤੇ ਉਹ ਇੱਜ਼ਤ ਕਰ ਦਿੱਤੇ। ਕਹਿੰਦੇ ਉਹ ਵੀ ਲੋਕਾਂ ਤੋਂ ਬਲੀਆਂ ਲੈਣੀਆਂ ਬੱਕਰੀਆਂ ਛਤਰੀਆਂ ਦੀਆਂ ਤੇ ਪੂਜਾ ਕਰਾਉਣੀ, ਇਹਦੇ ਵਿੱਚ ਫਸ ਗਏ। ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ। ਮਹਾਦੇਵ ਨੇ ਕਿਹਾ ਵੀ ਮੈਨੂੰ ਅਛੂਤ ਆਖੋ, ਵਿਸ਼ਨੂੰ ਨੇ ਕਿਹਾ ਵੀ ਮੈਨੂੰ ਹੀ ਭਗਵਾਨ ਆਖੋ, ਬ੍ਰਹਮਾ ਨੇ ਕਿਹਾ ਮੈਂ ਪਾਰ ਬ੍ਰਹਮ ਹਾਂ। ਪ੍ਰਾਰੂ ਬ੍ਰਹਮ ਵਿਆਪਕ ਰੂਪ ਆਪਣੇ ਮੂੰਹ ਤੋਂ ਆਪ ਹੀ ਕਹਿਣਾ ਕਰ ਦਿੱਤਾ। ਉਹਨਾਂ ਤੋਂ ਬਾਅਦ ਕਹਿੰਦੇ 8 ਸਾਖੀ ਅਸੀਂ ਬਣਾਏ। ਇਹ ਜਿਹੜੇ 5 ਤੱਤ ਹੈ, ਪੌਣ ਪਾਣੀ ਅਗਨੀ ਆਕਾਸ਼ ਆਦਿਕ ਸੂਰਜ ਚੰਦਰਮਾ ਧਰਮ ਰਾਜਕ, ਇਹ ਜਿਵੇਂ ਜੋ ਕਰ ਰਿਹਾ ਇਹ ਮੁੱਕਰ ਨਾ ਜਾਣ, ਇਹਦੀ ਉਗਾਹੀ ਤੁਸੀਂ ਦੇਣੀ ਹੈ ਵੀ ਇਹ ਨਾ ਕਰਿਆ ਹੈ। ਇਹਦੇ ਉਹ ਤੱਕ ਕੰਮ ਇਹਨਾਂ ਨੇ ਛੱਡ ਦਿੱਤਾ। ਇਹ ਕਹਿਣ ਲੱਗੇ ਸਾਡੀ ਜੀਵੋ ਪੂਜਾ ਕਰੋ, ਸਾਨੂੰ ਮੱਥੇ ਟੇਕੋ, ਸਤਿ ਵਗੈਰਾ ਤਾਂ ਹੋਰ ਕੋਈ ਰੱਬ ਨਹੀਂ ਹੈ। ਇਹਨਾਂ ਵਿੱਚੋਂ ਕਈ ਜੀਵ ਕਹਿੰਦੇ ਚੰਦਰਮਾ ਸੂਰਜ ਨੂੰ ਦੇਵਤਾ ਕਰਕੇ ਮੰਨਣ ਲੱਗ ਪਏ। ਕੋਈ ਅਗਨੀ ਦੇ ਵਿੱਚ ਹਵਨ ਕਰਨ ਲੱਗਿਆ, ਅਗਨੀ ਵਿੱਚ ਹੀ ਪਾ ਕੇ ਅਗਨੀ ਦੇਵਤੇ ਨੂੰ ਮਨਾਉਣ ਲੱਗਿਆ। ਕੋਈ ਪਾਉਣ ਨੂੰ ਪ੍ਰਵਾਨ ਨਹੀਂ ਕਰ ਰਿਹਾ, ਕਈ ਪਾਣੀ ਵਿੱਚ ਹੀ ਇਸ਼ਨਾਨ ਕਰਕੇ ਵੀ ਇਹੀ ਵਿਧਾਨ ਕਰਮ ਹੈ। ਇਹ ਸਭ ਤੋਂ ਮਹਾਨ ਹੈ। ਇਸੇ ਤਰ੍ਹਾਂ ਕੀ ਧਰਮ ਰਾਜਾ ਨੂੰ ਉਹਨਾਂ ਨੇ ਪਰਮੇਸ਼ਰ ਬਣਾਇਆ। ਵੀ ਇਸ ਕਰਕੇ ਕਰਮ ਕਰਦੇ ਡਰਦੇ ਆ। ਜਿਹੜੇ ਕੋਈ ਪਰਮੇਸ਼ਰ ਨੇ ਮੈਂ ਕਹਿੰਦੇ ਜੀਵੇ ਇਹਨਾਂ ਦੀ ਉਗਾਹੀ ਦੇਣ ਵਾਸਤੇ ਨਿਯਤ ਕੀਤੇ ਸੀ, ਉਹ ਆ ਕੇ ਉਹਨਾਂ ਨੇ ਪ੍ਰਭੂ ਕਹਾਇਆ।
ਸਾਰਿਆਂ ਨੂੰ ਆਪੋ ਆਪਣੀ ਕਹਿੰਦੇ ਸੋਭਾ ਦੀ ਪੈ ਗਈ। ਉਹ ਜਿਹੜੀ ਗੱਲ ਸੀ ਨਾਮ ਜਪਣਾ ਜਪਾਉਣਾ ਜੀਵਾ ਤੋਂ ਸਾਰਿਆਂ ਨੂੰ ਭੁੱਲ ਗਈ। ਫਿਰ ਕਹਿੰਦੇ ਅਖੀਰ ਤੇ ਅਸੀਂ ਮਨੁੱਖ ਪੈਦਾ ਕਰ ਦਿੱਤੇ ਕਿ ਚਲੋ ਹੀ ਨਾਮ ਜਪਣਗੇ ਜਪਣਗੇ। ਇਹਨਾਂ ਨੂੰ ਵੀ ਕਹਿੰਦੇ ਇਹ ਗੱਲ ਭੁੱਲ ਗਈ, ਇਹ ਵੀ ਮੇਰਾ ਤੇਰਾ ਵਿੱਚ ਹੀ ਬਸ ਹੋ ਗਏ ਵੀ ਇਹ ਮੇਰੀ ਜ਼ਮੀਨ ਜਾਇਦਾਦ ਹੈ, ਇਹ ਮੇਰਾ ਧਨ ਪਦਾਰਥ ਹੈ, ਇਹ ਮੇਰੇ ਪੁੱਤਰ ਧੀਆਂ ਹਨ। ਤੇ ਵਹੀਆਂ ਬਹੁਤਿਆਂ ਨੇ ਤਾਂ ਕਹਿੰਦੇ ਪੱਥਰਾਂ ਨੂੰ ਪਰਮੇਸ਼ਰ ਨਿਯਤ ਕਰ ਲਿਆ ਵੀ ਇਹ ਜਿਹੜੇ ਭਗਵਾਨ ਹੈ, ਚਿੱਟੀ ਧਾਰੀ ਵਾਲੇ ਪੱਥਰ। ਫਿਰ ਕਹਿੰਦੇ ਜਿਹੜੇ ਸਿੱਧੀਆਂ ਸਿੱਧੀਆਂ ਵਾਲੇ ਸਾਧੂ ਲੋਕ ਹੈ ਉਹ ਖੜੇ ਕੀਤੇ। ਉਹਨਾਂ ਨੇ ਵੀ ਕਹਿੰਦੇ ਪਰਮ ਪੁਰਖ ਨਹੀਂ ਪਾਇਆ। ਜਿਹੜਾ ਕੋਈ ਵਿੱਚੋਂ ਸਿਆਣਾ ਹੋਇਆ ਸਿੱਧੀਆਂ ਸਿੱਧੀਆਂ ਮਾਲਕ ਉਹਨੇ ਆਪੋ ਆਪਣਾ ਪੰਥ ਚਲਾ ਲਿਆ। ਆਪੋ ਵਿੱਚ ਹੀ ਕਹਿੰਦੇ ਉਹਨਾਂ ਨੇ ਵੈਰ ਭਾਵ ਵਧਾ ਲਿਆ, ਹੰਕਾਰ ਵਧਾ ਲਿਆ। ਜਿਵੇਂ ਦਰਖਤ ਕਹਿੰਦੇ ਆਪਣੇ ਪੱਤੇ ਨਾਲ ਨਹੀਂ ਸਰਦਾ, ਇਸ ਤਰ੍ਹਾਂ ਕਹਿੰਦੇ ਈਰਖਾ ਦੀ ਅਗਨੀ ਵਿੱਚ ਆਪਣੀ ਇੱਜ਼ਤ ਵਿਰੋਧ ਨੂੰ ਪੱਤਿਆਂ ਵਾਂਗੂ ਸਾੜ ਰਹੇ ਨੇ, ਗਰਾ ਰਹੇ ਨੇ। ਕੋਈ ਨਹੀਂ ਰਸਤੇ ਵਿੱਚ ਚੱਲਿਆ ਵੀ ਅਸੀਂ ਪਰਮੇਸ਼ਰ ਹਾਂ। ਬਸ ਉਹੀ ਇਸ ਕਹਿਣ ਵਿੱਚ ਹੀ ਪਾਗਲ ਹੋ ਗਏ। ਫਿਰ ਕਹਿੰਦੇ ਜਿਹੜੇ ਕੋਈ ਰਿਖੀ ਰਾਜ ਹਨ, ਵਿਸ਼ੇਸ਼ਟ ਵਰਗੇ ਮਨੂ ਵਰਗੇ ਬਣਾਏ, ਉਹਨਾਂ ਨੇ ਸਿਮਰਤੀਆਂ ਬਣਾਤੀਆਂ, ਉਸ ਰਸਤੇ ਤੋਰਤਾ ਲੋਕਾਂ ਨੂੰ। ਜਿਹੜੇ ਕਹਿੰਦੇ ਸਿਮਰਤੀਆਂ ਦੇ ਪੜ੍ਹਦੇ ਪ੍ਰੇਮੀ ਹੋ ਗਏ, ਉਹਨਾਂ ਨੇ ਪਰਮੇਸ਼ਰ ਦੀ ਕਰਨੀ ਕਮਾਈ ਕਰਨੀ ਛੱਡ ਦਿੱਤੀ। ਜਿਨ੍ਹਾਂ ਨੇ ਇਹ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਟਿਕਾਇਆ, ਹੋਰ ਤਾਂ ਇਹਨਾਂ ਦੇ ਰਸਤੇ ਨਹੀਂ ਆਇਆ ਹੈ। ਬ੍ਰਹਮਾ ਨੇ 4 ਬਨੇਰ ਬਰਾਤੇ, ਸਾਰਿਆਂ ਲੋਕਾਂ ਨੂੰ ਕਰਮ ਕਾਂਡ ਦੇ ਵਿੱਚ ਤੋਰਤਾ। ਪਰ ਜਿਨ੍ਹਾਂ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲੱਗੀ, ਉਹ ਇਹ ਵੇਦਾਂ ਦੇ ਕਰਮ ਕਾਂਡ ਦੇ ਤਿਆਗੀ ਹੋ ਗਏ, ਛੱਡ ਗਏ। ਜਿਹੜੇ ਵੀ ਕੋਈ ਆਪਣੇ ਦੇਹ ਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਤਕਲੀਫ ਸਹਾਰਦੇ ਨੇ, ਰੂਹ ਦੇ ਨਾਲ ਸਾਥ ਨਹੀਂ ਛੱਡਦੇ, ਭਜਨ ਸੇਵਾ ਕਰਦੇ, ਉਹ ਪਰਮਪੁਰੀ ਨੂੰ ਜਾਂਦੇ ਨੇ। ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਇਸੇ ਤਰ੍ਹਾਂ ਕਹਿੰਦੇ ਫਿਰ ਦੱਤਾਤਰੇయ ਨੂੰ ਪੈਦਾ ਕਰਤਾ, ਉਹਨੇ ਵੀ ਆਪਣਾ ਇੱਕ ਪੰਥ ਚਲਾਇਆ, ਹੱਥਾਂ ਦੇ ਨੌ ਜੇ ਵਧਾ ਲਏ, ਸਿਰ ਤੇ ਬੜੀਆਂ ਬੜੀਆਂ ਜੜਾਵਾਂ ਸਵਾਰ ਲਈਆਂ। ਫਿਰ ਗੋਰਖਨਾਥ ਨੂੰ ਪੈਦਾ ਕਰਤਾ, ਉਹਨੇ ਕਹਿੰਦੇ ਬੜੇ ਬੜੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ। 2 ਕੰਨ ਜੇ ਪਾੜ ਕੇ ਉਹਨਾਂ ਦੇ ਕੰਨਾਂ ਵਿੱਚ ਮੁਰਨਾਂ ਪਾਤੀਆਂ, ਘਰ ਬਾਰ ਛਡਾ ਦਿੱਤਾ, ਘਰਾਂ ਨੂੰ ਠੂਠਾ ਫੜ ਕੇ ਮੰਗਣ ਲਾਤਾ ਉਹਨਾਂ ਨੂੰ। ਫਿਰ ਕਹਿੰਦੇ ਰਾਮਾਨੰਦ ਨੂੰ ਪੈਦਾ ਕਰਾ, ਉਹਨੇ ਭਰਾਗੀਆਂ ਵਾਲਾ ਭੇਖ ਜਿਹਾ ਧਾਰ ਲਿਆ, ਲੱਕੜ ਦੀ ਬਣਾ ਕੇ ਕੰਠੀ ਦੀ ਗਲ ਵਿੱਚ ਪਾ ਲਈ। ਪਰਮੇਸ਼ਰ ਦੀ ਜਿਹੜੀ ਕਰਨੀ ਕਮਾਈ, ਉਹਦੀ ਕੋਈ ਸੋਚ ਵਿਚਾਰ ਨਾ ਕੀਤੀ। ਫਿਰ ਮੁਹੰਮਦ ਨੂੰ ਕਹਿੰਦੇ ਪੈਦਾ ਕੀਤਾ, ਉਹਨੂੰ ਅਰਬ ਦੇਸ਼ ਦਾ ਕਹਿੰਦੇ ਰਾਜ ਭਾਗ ਰਾਜਾ ਬਣਾਇਆ। ਮੁਹੰਮਦ ਨੇ ਵੀ ਇੱਕ ਪੰਥ ਪੈਦਾ ਕੀਤਾ। ਜਿੰਨੇ ਆਪਣੇ ਰਾਜਾ ਸੀ, ਪ੍ਰੇਮ ਪਾਤਰ, ਆਪਣੇ ਸ਼ਰਧਾਲੂ ਸੀ, ਆਪਣੇ ਪੈਰੋਕਾਰ ਸੀ, ਸਾਰਿਆਂ ਨੂੰ ਸੁੰਦ ਜੀ ਕਰਤੀ। ਇਸ ਤਰ੍ਹਾਂ ਕਹਿੰਦੇ ਜਿਹੜਾ ਕੰਮ ਨਾਮ ਜਪਣਾ ਜਪਾਉਣਾ ਸੀ, ਉਹ ਕਿਸੇ ਨੇ ਨਹੀਂ ਦਰੜਾਇਆ ਹੈ। ਉਹ ਤਪ ਕਰਦਿਆਂ ਫਿਰ ਮੈਨੂੰ ਬੁਲਾਇਆ ਸੀ ਤੇ ਇਹ ਕੁਝ ਕਹਿ ਕੇ ਮੈਨੂੰ ਭੇਜਿਆ ਸੀ ਇਸ ਸੰਸਾਰ ਦੇ ਵਿੱਚ। ਕੀ ਕਿਹਾ ਸੀ ਮੈਨੂੰ? ਉਹ ਅਕਾਲ ਪੁਰਖ ਬਾਝ, ਅਕਾਲ ਪੁਰਖ ਨੇ ਜੋ ਬਚਨ ਕਿਹਾ ਉਹ 24 ਛੰਦ ਵਿੱਚ ਆਪ ਜੀ ਦੱਸ ਰਹੇ ਨੇ। ਆਪਾਂ ਸੁਣੀਏ ਮਨ ਚਿਤ ਲਾ ਕੇ। ਮੈਂ ਆਪਣਾ ਸੁਤ ਤੋਹਿ ਨਿਵਾਜਾ। ਇਹ ਅਕਾਲ ਪੁਰਖ ਨੇ ਮੈਨੂੰ ਬੁਲਾ ਕੇ ਆ ਸਾਰਾ ਕੁਝ ਦੱਸ ਕੇ ਫਿਰ ਇਉਂ ਕਿਹਾ, ਹੇ ਮਹਾਨ ਤਪਸੀ
ਤਪੱਸਿਆ ਕਰਨ ਵਾਲੇ, मैंने अपना तैनू जरा पुत्र की पदवी दे के नवाज दिता है। भाव जिवें पुत्र ते प्यो दे विच कोई फर्क नहीं ना हुंदा है, क्योंकि पिता दी अंसी हुंदा, पिता दी खून विचों ही आया हुंदा पुत्र। इस तरह कहते मैं तैनू अपने पुत्र की पदवी ते दे के नवाज दिता है, बड़िया दिता, बड़ा कर दिता है, अपना पुत्र बनाया है। पंथ प्रचुर कर बे कहो साजा, जेड़ा खालसा पंथ इहदा प्रचार करन वास्ते, इहनूं प्रचारण करन वास्ते तैनूं सजाया बजाया है। जाहे तहा तै धर्म चलाए, अर्थ वास्ते ताहे कहंदे तहां मात लोक भी जाहे कीए जाके तू धर्म दे विच ला, लोकां नूं धर्म दे विच तोर। कबुद्ध करन ते लोक हटाए, जेड़े लोग कहंदे खोटी बुद्ध करके मनमता कर रहे, मनमानियां कर रहे हन, उन्हां नूं रोक दे, हटा दे। कब बाच दोहरा ठाड़ पयो मैं जोर कर। वे कवि ने जो वचन किया, भाव जो असा ने वचन किया, गुरु गोबिंद सिंह साहब जी अपने आप नूं कोई भी असी परमेश्वर हाँ, जिवें वेदांती कहंदे असी ब्रह्म हाँ, अपने आप नूं निमरता नाल कह कब जो कवि ने किया, भाव जो असी आख्या परमेश्वर नूं होर दोहरे भी दसदे भी ठांड पयो मैं जोर कर। मैं वाहिगुरु दे अगे सुन के हाथ जोड़ के खड़ा हो गया। बचन कहा सिर न्याय, ते सिर नवा के शीश झुका के इस तरह का वाहिगुरु नूं बचन कहा मैंने। पंथ चला तब जगत में, जे खालसा पंथ दे संबंध विच तुसीं मैनूं कह रहे हो, खालसा पंथ तां चल सकदा है, तां प्रचलित तां ਉਹਦਾ फैलाव हो सकता है जब तुम करो सहाय। तुसी मारा आप सहायता करोगे, आप मदद करोगे, फिर जिहड़ा खालसा पंथ संसार दे विच प्रचलित हो सकता है। चौपई एह कारण प्रभ मोहे पठायो, हाँ खालसा पंथ नूं ਸਿੰਘਾਂ ਨੂੰ दस रहे कि इस कारण वास्ते प्रभु ने मैनू कहंदे इस संसार विच भेजिया है। तब मैं जगत जन्म धर आयो, कहंदे इस संसार दे विच मैं अवतार धार के आ गया हाँ। जिम तिन कही इनै तिम कहहो, जिवें परमेश्वर ने मैनू गल कही है, इन्हां नूं मैं कहंदे उसे तरह की गल कहांगा, ओही कुछ आखांगा। भाव जिवें परमेश्वर ने मैनू दसिया ना भी आ दैंत रचे सी, देवते बनाए सी, होर पकंबर रखी मनी बनाए सी, कहते इन्हां दे संबंध विच उसे तरह मैं कुछ कहांगा। और किसू ते बैर न गहहो, और किसे दे मैं कोई वैर नहीं पकड़ांगा, बैर नहीं बन्नांगा, कोई बैर भाव नाल इन्हां नूं नहीं कुछ आखांगा। तो जिवें परमेश्वर ने किया उवें गल मैं कही है। जो हमको परमेश्वर उचर है, कहंदे जेड़े जेड़े भी हमको अपने आप नूं भी असी परमेश्वर सी ब्रह्म उच्चारण करदे हन, ते सब नरक कुंड मह पर है। सारे दे सारे नरकां दे कुंड विच ही पैंदे, नरकां विच ही डिगदे हन। जो हमको परमेश्वर उचर है, जेड़े साडे अस्थूल शरीर नूं भाई भौतिक शरीर नूं कहंदे परमेश्वर आखणगे, क्योंकि अंदर तां जिहड़ा आस्पद रूप है वो तां परमेश्वर की अंशी है, वही है ना। कहंदे जो सानू आस्पद रूप जान के जिहड़ा आस्पद है रूप वो परमेश्वर ही है, इउं जान के उचारनगे वो सारे नरकां दे कुंड तो परे हो जाणगे, परे पै जाणगे, नहीं पैणगे।
ਮੁੱਖ ਵਿੱਚ ਭਗਤੀ ਭਾਵ ਵਿੱਚ ਕਹਿੰਦੇ ਹਨ ਵੀ ਜੋ ਸਾਨੂੰ ਪਰਮੇਸ਼ਰ ਆਖਣਗੇ ਫਿਰ ਉਹ ਤਾਂ ਨਰਕਾਂ ਦੇ ਕੁੰਡ ਵਿੱਚ ਪੈਣਗੇ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਤਰਕ ਜੀ ਮਾਰ ਕੇ ਕਹਿੰਦੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਰਮੇਸ਼ਰ ਸਮਝਦੇ ਹੋ, ਪਰਮੇਸ਼ਰ ਕਹਿੰਦੇ ਹੋ। ਮਹਾਰਾਜ ਨੇ ਤੇ ਆਪਣੇ ਮੁਖ ਤੋਂ ਇਹ ਕਿਹਾ ਵੀ ਜਿਹੜੇ ਆਉ ਕਹਿਣਗੇ ਉਹ ਹੈ ਹੋਊਗਾ ਉਹਨਾਂ ਨਾਲ। ਉਹ ਹੱਸ ਕੇ ਕਹਿਣ ਲੱਗੇ ਵੀ ਜਦੋਂ ਹੈ ਹੀ ਪਰਮੇਸ਼ਰ ਸੀ, ਪਰਮੇਸ਼ਰ ਨੂੰ ਤਾਂ ਪਰਮੇਸ਼ਰ ਕਹਿਣਾ ਹੀ ਬਣਦਾ ਹੈ। ਵੀ ਸਾਨੂੰ ਜਿੱਥੇ ਮਰਜ਼ੀ ਸਿੱਟ ਦੇਣ ਅਸੀਂ ਤਾਂ ਪਰਮੇਸ਼ਰ ਕਹਾਂਗੇ। ਇਹ ਤਾਂ ਉਹਨਾਂ ਦੀ ਨਿਮਰਤਾ ਹੈ, ਭਾਵ ਭਗਤੀ ਹੈ ਵੀ ਉਹ ਉਸੇ ਦੀ ਆਸ ਹੁੰਦੇ, ਉਸੇ ਦਾ ਰੂਪ ਹੁੰਦੇ ਹੋਏ ਕਹਿ ਰਹੇ ਨੇ ਵੀ ਅਸੀਂ ਨਹੀਂ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਨੀਚਾਂ ਅੰਦਰ ਨੀਚ ਯਾਦ ਨੀਚੀ ਹੂੰ ਅਤ ਨੀਚ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ। ਵੀ ਹੁਣ ਗੁਰੂ ਅਰਜਨ ਦੇਵ ਕਿਤੇ ਮੂਰਖ ਹੈ, ਪਤਾ ਨਿਮਰਤਾ ਦੇ ਬਚਨ ਹੈ। ਇਸ ਤਰ੍ਹਾਂ ਵੀ ਉਹ ਭਗਤੀ ਭਾਵ ਦੇ ਵਿੱਚ ਵਚਨ ਵੀ ਇਹ ਸਾਡੇ ਅਸਤੂਰ ਸਰੀਰ ਨੂੰ ਇਹ ਸਮਝ ਕੇ ਇਹਨੂੰ ਰੱਬ ਕਹੀ ਜਾਣਗੇ। ਮੁੱਖ ਰੂਪ ਦੇ ਵਿੱਚ ਪਹਿਲਾਂ ਹੀ ਅਰਥ ਹੈ ਵੀ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਵੀ ਅਸੀਂ ਬ੍ਰਹਮਾ ਉਚਾਰਨ ਕਰਦੇ ਹਨ ਉਹ ਤਾਂ ਸਾਰੇ ਨਰਕਾਂ ਦੇ ਕੁੰਡ ਵਿੱਚ ਹੀ ਪੈਂਦੇ। ਉਹਨਾਂ ਦੀ ਕਲਿਆਣ ਨਹੀਂ, ਉਹਨਾਂ ਦਾ ਭਲਾ ਨਹੀਂ ਹੁੰਦਾ ਹੈ। ਜਿਵੇਂ ਉਹ ਲਦਾਈਕਿਆਂ ਵਾਲੇ ਸਥਾਨ 'ਤੇ ਇੱਕ ਮਹਾਨ ਵੱਡਾ ਸੱਪ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੱਥੇ ਉਹ ਕਾਂਗੜ ਤੋਂ ਚੱਲਦੇ ਆਏ ਹੈ ਚਿੜੀ ਵਿੱਚ, ਇਸ ਤਰ੍ਹਾਂ ਖੜੇ ਨੇ ਕੋਈ ਸਮਾਂ ਜਿਹਦੇ ਵਿੱਚੋਂ ਭਾਰੀ ਸੱਪ ਜਿਹਾ ਨਿਕਲ ਕੇ ਮਹਾਰਾਜ ਵੱਲ ਨੂੰ ਆਇਆ। ਇਹ ਮਹਾਰਾਜ ਨੇ ਦੇਖ ਕੇ ਉਹ ਉਸ ਤਰਫ ਉਹ ਤੱਕੀ ਗਏ। ਵਿਧੀ ਚੰਨ ਭਾਈ ਜੋਧ ਆਦਿਕ ਜੀ ਕਹਿਣ ਲੱਗੇ ਮਹਾਰਾਜ ਸੌਦਾ ਲਾ ਦਈਏ, ਛਾਟਾ ਛਕਾ ਦਈਏ, ਮਾਰ ਦਈਏ। ਮਹਾਰਾਜ ਕਹਿੰਦੇ ਨਹੀਂ, ਦੁਖੀ ਜੀਵ ਆ ਰਿਹਾ ਹੈ, ਆ ਲਿਆ। ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ਰਨ ਸ਼ਰਨ ਜਦੋਂ ਆਇਆ ਉਹ ਚਰਨਾਂ ਵਿੱਚ ਜੋੜਾ ਪਾਇਆ, ਜੋੜੇ ਸਮੇਤ ਹੀ ਮਹਾਰਾਜ ਨੇ ਉਹਦੇ ਸੀਸ ਦੇ ਉੱਪਰ ਛੁਆ ਦਿੱਤਾ ਹੈ। ਉਸੇ ਵੇਲੇ ਦੋ ਪਾੜ ਜੇ ਹੋ ਗਏ, ਉਹਦੇ ਆਤਮਾ ਨਿਕਲੀ ਹੈ, ਜੈ ਜੈਕਾਰ ਕਰਦੀ ਉੱਪਰ ਨੂੰ ਚਲੀ ਗਈ, ਉੱਪਰ ਚਲੀ ਗਈ ਹੈ। ਉਸ ਦੀ ਕਰਨ ਲੱਗ ਪਈ ਹੈ। ਉਹਦੇ ਵਿੱਚੋਂ ਨਿੱਕੇ ਨਿੱਕੇ ਜਿਹੇ ਕਰਮ ਨਿੱਕੇ ਕੁਰਬਲ ਕੁਰਬਲ ਕਰਨ ਲੱਗ ਪਏ ਨੇ। ਫਿਰ ਮਹਾਰਾਜ ਨੇ ਫਿਰ ਪੁੱਛਿਆ ਵਿਧੀ ਚੰਦ ਕੇ ਮਹਾਰਾਜ ਕਿਹਦੀ ਕਲਿਆਣ ਕੀਤੀ, ਕਿਹਦਾ ਭਲਾ ਕੀਤਾ ਹੈ, ਇਹ ਕੌਣ ਸੀ? ਮਹਾਰਾਜ ਕਹਿੰਦੇ ਵੀ ਪਿਛਲੇ ਜਨਮ ਵਿੱਚ ਬੜਾ ਤਕੜਾ ਵਿਦਵਾਨ ਸੀ, ਵਿਦਿਆ ਦੇ ਬਲ ਦੇ ਨਾਲ ਕਹਿੰਦੇ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਪਿਆ ਸੀ। ਕਹਿੰਦੇ ਮੈਂ ਰੱਬ ਹਾਂ। ਇਹ ਆਪਣੇ ਸਿੱਖ ਸੇਵਕਾਂ ਨੂੰ ਸ਼ਰਧਾਲੂ ਨੂੰ ਕਹਿੰਦਾ ਤੁਹਾਨੂੰ ਕੋਈ ਜਪਣ ਜਪਾਉਣ ਦੀ ਨਾਮ ਦੀ ਲੋੜ ਨਹੀਂ ਹੈ, ਬਸ ਮੈਨੂੰ ਪੂਜੋ, ਮੈਨੂੰ ਮੰਨੋ, ਮੈਨੂੰ ਛੁਆਓ, ਮੈਂ ਤੁਹਾਡੀ ਕਲਿਆਣ ਕਰਾਂਗਾ ਕਿਉਂਕਿ ਮੈਂ ਬ੍ਰਹਮ ਹਾਂ। ਕਹਿੰਦੇ ਨਾ ਇਹਨੇ ਆਪ ਜਪਿਆ, ਨਾ ਆਪਣੇ ਸਿੱਖ ਸੇਵਕਾਂ ਤੋਂ ਜਗਾਇਆ, ਦੁੱਧ ਮਲਾਈਆਂ ਮੱਖਣ ਛਕਦਾ ਰਿਹਾ ਤੇ ਸੱਪ ਨੂੰ ਫੁੰਕਾਰੇ ਮਾਰਦਾ ਸੀ। ਤਾਂ ਚੱਕ ਕੇ ਵੀ ਮੈਂ ਬ੍ਰਹਮਾ। ਕਹਿੰਦੇ ਉਹ ਆਪ ਮਰ ਕਿਉਂ ਨਹੀਂ ਸੱਪ ਬਣਿਆ ਪਿਆ ਸੀ, ਜਿਹੜੇ ਜਿਨ੍ਹਾਂ ਦੇ ਘਰਾਂ ਤੋਂ ਖਾਂਦਾ ਸੀ ਦੁੱਧ ਮਲਾਈਆਂ, ਉਹਨੇ ਹੁਣ ਲੇਖਾ ਤਾਂ ਲੈਣਾ ਹੀ ਸੀ ਨਾ। ਕਹਿੰਦੇ ਉਹ ਕਰਮ ਬਣ ਕੇ ਇਹਦਾ ਮਾਸ ਕੱਟ ਕੱਟ ਕੇ ਖਾ ਰਹੇ ਸੀ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਚਰਨ ਛਨ ਆਇਆ ਹੈ, ਜਿਸ ਕਰਕੇ ਇਹਦੀ ਕਲਿਆਣ ਕਰ ਦਿੱਤੀ ਹੈ, ਭਲਾ ਹੋ ਗਿਆ ਹੈ। ਔਰ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਆਪੇ ਬਣ ਬਹਿੰਦੇ ਹੈ ਨਾ, ਉਹਨਾਂ ਦਾ ਐਸਾ ਹਾਲ ਹੁੰਦਾ ਹੈ। ਇਸ ਕਰਕੇ ਉਸੇ ਭਾਵ ਨਾਲ ਹੀ ਆ ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬ੍ਰਹਮ ਹਾਂ ਜੀ, ਪਰਮੇਸ਼ਰ ਹਾਂ, ਇਉਂ ਉਚਾਰਨ ਲੱਗ ਪੈਂਦੇ, ਕਹਿਣ ਲੱਗ ਪੈਂਦੇ ਹੈ,
ਉਹ ਸਾਰੇ ਨਰਕਾਂ ਦੇ ਕੁੰਡ ਵਿੱਚ ਹੀ ਪੈਂਦੇ, ਨਰਕਾਂ ਵਿੱਚ ਹੀ ਡਿੱਗਦੇ ਹਨ। ਮੋਕੋ ਦਾਸ ਤਵਨ ਕਾ ਜਾਨੋ। ਜੇ ਭਲਾ ਸਾਨੂੰ ਕੋਈ ਪੁੱਛੇ ਵੀ ਤੁਸੀਂ ਨਹੀਂ ਪਰਮੇਸ਼ਰ, ਕਹਿੰਦੇ ਭਾਈ ਸਾਨੂੰ ਤਾਂ ਉਸ ਪਰਮੇਸ਼ਰ ਦਾ ਸੇਵਕ ਜਾਣੋ, ਦਾਸ ਜਾਣੋ। ਭਾਵੇਂ ਸਾਨੂੰ ਵਾਹਿਗੁਰੂ ਨੇ ਕਹਿ ਦਿੱਤਾ ਵੀ ਮੈਂ ਤੈਨੂੰ ਆਪਣੇ ਪੁੱਤਰ ਦੀ ਪਦਵੀ ਦੇ ਕੇ ਨਿਵਾਜ ਦਿੱਤਾ ਹੈ, ਪੁੱਤਰ ਬਣਾ ਲਿਆ ਹੈ, ਪਰ ਮੈਨੂੰ ਤਾਂ ਫੇਰ ਵੀ ਉਸ ਵਾਹਿਗੁਰੂ ਦਾ ਦਾਸ ਹੀ ਜਾਣੋ, ਸਮਝੋ। ਯਾ ਮੈਂ ਭੇਦ ਨਰੰਚ ਪਛਾਨੋ। ਇਸ ਗੱਲ ਦੇ ਵਿੱਚ ਕਹਿੰਦੇ ਰਚਾ ਮਾਤਰ ਵੀ ਹੋਰਾ ਮਾਤਰ ਵੀ ਕੋਈ ਭੇਦ ਫਰਕ ਨਾ ਪਛਾਣੋ। ਮੈਂ ਹੋ ਪਰਮ ਪੁਰਖ ਕੋ ਦਾਸਾ। ਮੈਂ ਤਾਂ ਭਾਈ ਸਪਸ਼ਟ ਰੂਪ ਵਿੱਚ ਕਹਿ, ਪਰ ਜਿਹੜਾ ਮਹਾਂਪੁਰਖ ਹੈ, ਵੱਡਾ ਪੁਰਖ, ਕਾਲ ਪੁਰਖ, ਉਹਦਾ ਦਾਸ ਹਾਂ। ਦੇਖਣ ਆਇਓ ਜਗਤ ਤਮਾਸ਼ਾ। ਜਿਹੜਾ ਤਮਾਸ਼ਾ ਰੂਪ ਸੰਸਾਰ ਹੈ, ਇਹਨੂੰ ਦੇਖਣ ਤੱਕਣ ਆਇਆ ਹਾਂ ਮੈਂ। ਜੋ ਪ੍ਰਭ ਜਗਤ ਕਹਾ ਸੋ ਕਹਿ ਹੋ। ਹਾਂ, ਜੋ ਪ੍ਰਭ ਕਹਾ, ਜੋ ਪਰਮੇਸ਼ਰ ਨੇ ਮੈਨੂੰ ਕਿਹਾ ਹੈ, ਆਖਿਆ ਹੈ, ਜਗਤ ਸੋ ਕਹੋ, ਉਹ ਸੰਸਾਰ ਦੇ ਲੋਕਾਂ ਨੂੰ ਮੈਂ ਆਖਾਂਗਾ। ਮ੍ਰਿਤ ਲੋਕ ਤੇ ਮੋਨ ਨ ਰਹਿ ਹੋ। ਜਿਹੜੇ ਮਾਤ ਲੋਕ ਦੇ ਜੀਵ ਹੈ, ਪੂਰੇ ਸ਼ੈਨਾ ਤੋਂ ਡਰ ਕੇ ਮੈਂ ਚੁੱਪ ਨਹੀਂ ਰਹਾਂਗਾ। ਨਰਾਜ ਛੰਦ ਕਹਿਓ ਪ੍ਰਭੂ ਸੋ ਭਾਖ ਹੋ। ਜੋ ਪ੍ਰਭੂ ਨੇ ਮੈਨੂੰ ਕਿਹਾ ਹੈ, ਉਹੀ ਮੈਂ ਆਖਾਂਗਾ। ਕਿਸੂ ਨਾ ਕਾਨ ਰਾਖ ਹੋ। ਦਿਲ ਕਿਸੇ ਪੀਰ ਪਕੰਬਰ ਦੀ ਜਿਹੜੀ ਕਾਨ ਕਨੌੜ ਈਨ ਹੈ, ਮੈਂ ਨਹੀਂ ਰੱਖਾਂਗਾ। ਕਿਸੂ ਨਾ ਭੇਖ ਭੀਜ ਹੋ। ਕਿਸੇ ਦਾ ਜਿਹੜਾ ਬਾਹਰਲਾ ਭੇਖ ਜਾਂ ਖੰਡ ਦਾ ਵਿਖਾਵਾ ਦੇਖ ਕੇ ਮੈਂ ਭਿੱਜਾਂਗਾ ਨਹੀਂ, ਮੈਂ ਪ੍ਰਸੰਨ ਨਹੀਂ ਹੋਵਾਂਗਾ। ਉਸ ਭੇਖ ਨੂੰ ਵੇਖ ਕੇ ਉਹਦੇ ਨਾਲ ਪਿਆਰ ਨਹੀਂ ਪ੍ਰੇਮ ਨਹੀਂ ਕਰਾਂਗਾ। ਅਲੇਖ ਬੀਜ ਬੀਜ ਹੋ। ਹਾਂ, ਲਿਖਣ ਤੋਂ ਰਹਿ ਜਾਂ ਲਿਖਿਆ ਤੋਂ ਰਹਿ, ਜਿਹੜਾ ਪਰਮੇਸ਼ਰ ਹੈ, ਉਹਦੇ ਨਾਮ ਦਾ ਬੀਜ ਮੈਂ ਬੀਜਾਂਗਾ। ਆਪ ਨਾਮ ਜਪਾਂਗਾ, ਹੋਰ ਨਾ ਤੋਂ ਜਪਾਵਾਂਗਾ। ਉਹਦੇ ਨਾਮ ਦਾ ਬੀਜ ਕੀ ਲਿਖਣਾ ਹੈ, ਸਾਰੇ ਪਾਸੇ ਉਹਦੇ ਨਾਮ ਦੀ ਮਹਿਮਾ ਵਡਿਆਈ ਕਰਾਵਾਂਗਾ। ਜੇ ਖਾਲਸਾ ਪੰਥ ਸਾਜਿਆ ਫਿਰ ਵੀ ਇਹ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਮੰਗਲ ਕੀਤੇ ਬਾਣੀ ਫਿਰ ਵੀ ਪਰਮੇਸ਼ਰ ਦਾ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗਿਆਨ ਲਿਖਣ ਤੋਂ ਰਹਿ ਜਾਂ ਲਿਖਿਆ ਤੋਂ ਰਹਿ, ਜੋ ਪਰਮੇਸ਼ਰ ਹੈ, ਉਹਦੇ ਨਾਮ ਦਾ ਬੀਜ ਮੈਂ ਬੀਜਾਂਗਾ। ਨਾਮ ਜਪਾਂਗਾ ਤੇ ਜਪਾਵਾਂਗਾ ਸਭ ਨੂੰ। ਪਖਾਨ ਪੂਜ ਹੋ ਨਹੀਂ। ਮਹਾਰਾਜ ਕਹਿੰਦੇ ਜਿਹੜੇ ਇੱਕ ਪੱਥਰ ਹੈ, ਉਹਨਾਂ ਦੀ ਪੂਜਾ ਕਰਨ ਵਾਲਾ ਮੈਂ ਨਹੀਂ ਹਾਂ। ਨਾ ਭੇਖ ਭੀਜ ਹੋ ਕਹੀ। ਕਿਸੇ ਭੇਖ ਨੂੰ ਵੇਖ ਕੇ ਮੈਂ ਕਹਿੰਦੇ ਭਿੱਜਾਂਗਾ ਨਹੀਂ, ਪ੍ਰਸੰਨ ਨਹੀਂ ਹੋਵਾਂਗਾ। ਅਨੰਤ ਨਾਮ ਗਾਏ ਹੋ। ਸਗੋਂ ਜਿਹੜਾ ਅੰਤ ਰਹਿਤ, ਉਹਦੇ ਨਾਮਾਂ ਨੂੰ ਮੈਂ ਗਾਇਨ ਕਰਾਂਗਾ। ਪਰਮ ਪੁਰਖ ਪਾਏ ਹੋ। ਇਸ ਤਰ੍ਹਾਂ ਜਿਹੜਾ ਪਰਮ ਪੁਰਖ ਮਹਾਂਪੁਰਖ ਹੈ, ਉਹਦੀ ਪ੍ਰਸੰਨਤਾ ਬਖਸ਼ਿਸ਼ ਮੈਂ ਪਾਵਾਂਗਾ। ਜਟਾ ਨਾ ਸੀਸ ਧਾਰ ਹੋ। ਕਹਿੰਦੇ ਜਿਵੇਂ ਬਾਕੀਆਂ ਨੇ ਬੜੀਆਂ ਬੜੀਆਂ ਜਟਾਂ ਜੀਆਂ ਧਾਰੀਆਂ, ਮੈਂ ਸਿਰ ਤੇ ਕਹਿੰਦੇ ਜਟਾ ਨਹੀਂ ਰੱਖਾਂਗਾ। ਨਾ ਮੁੰਦਰ ਕਾ ਸੁਧਾਰ ਹੋ। ਜਿਵੇਂ ਗੋਰਖਨਾਥ, ਮਛਿੰਦਰਨਾਥ, ਹੋਰ ਸਿਧਾਨਾਥਾਂ ਨੇ ਕੰਨ ਜੇ ਪਾੜ ਕੇ ਮੁੰਦਰਾਂ ਜੀਆਂ ਪਾਈਆਂ, ਕਹਿੰਦੇ ਮੈਂ ਕੰਨਾਂ ਵਿੱਚ ਮੁੰਦਰਾ ਵੀ ਨਹੀਂ ਪਾਵਾਂਗਾ। ਨਾ ਕਾਨ ਕਾਹੂ ਗੀਤਰੋ। ਕਿਸੇ ਦੇਵੀ ਮੈਂ ਕਹਿੰਦੇ ਦੇਵੀ ਦੇਵਤੇ ਈਨ ਕਨੌੜ ਨਹੀਂ ਰੱਖਾਂਗਾ। ਕਹਿਓ ਪ੍ਰਭੂ ਸੋ ਮੈਂ ਕਰੋ। ਜੋ ਪਰਮੇਸ਼ਰ ਨੇ ਮੈਨੂੰ ਕਿਹਾ ਹੈ, ਉਹੀ ਕੁਛ ਮੈਂ ਕਰਾਵਾਂਗਾ। ਭਜੋ ਸੋ ਏਕ ਨਾਮਯੰ। ਮਹਾਰਾਜ ਕਹਿੰਦੇ ਖਾਲਸਾ ਜੀ, ਇੱਕ ਜੋ ਪਰਮੇਸ਼ਰ ਦਾ ਨਾਮ ਹੈ, ਉਹ ਭਜੋ ਕੀਏ ਮੈਂ ਜਪਾਂਗਾ। ਜੋ ਕਾਮ ਸਰਬ ਠਾਮਯੰ। ਜੋ ਸਾਰੇ ਕੰਮਾਂ ਨੂੰ ਠਾਮਿਓ ਕੀਏ ਪੂਰਾ ਕਰਨ ਵਾਲਾ, ਸਵਾਰਨ ਵਾਲਾ ਹੈ। ਨਾ ਜਾਪ ਆਨ ਕੋ ਜਪੋ। ਹੋਰ ਜਿਹੜਾ ਕੋਈ ਦੇਵੀ ਦੇਵਤਾ ਰਹਿ ਉਹਦਾ ਮੈਂ ਨਾਮ ਵੀ ਨਹੀਂ ਜਪਾਂਗਾ। ਨਾ ਔਰ ਥਾਪਨਾ ਥਪੋ। ਹੋਰ ਜਿਹੜੀ ਕੋਈ ਥਾਪਨਾ ਬਣਾਉੜ ਜੀ, ਉਹ ਵੀ ਮੈਂ ਨਹੀਂ ਥਪੋ ਕੀ ਬਣਾਵਾਂਗਾ। ਹੋਰ ਜਿਹੜੀ ਥਾਪਨਾ ਕੀ ਪੂਜਾ ਹੈ, ਉਹ ਵੀ ਨਹੀਂ ਮੈਂ ਥਵਾਂਗਾ। ਪਰਮੇਸ਼ਰ ਦੀ ਮੈਂ ਪੂਜਾ ਕਰਾਂਗਾ।
और पत्थरां दी पूजा, देवी देवतियां दी पूजा मैं नहीं करांगा। बेअंत नाम ध्याए हो, वो जो बेअंत अंत रहत है ਉਹਦੇ ਨਾਮਾਂ ਨੂੰ ਮੈਂ ਧਿਆਵਾਂਗਾ। परम जोत पाए हो, ਉਹ ਜਿਹੜਾ ਪਰਮ ਜੋਤੀ ਸਰੂਪ ਉਹਦੀ ਬਖਸ਼ਿਸ਼, ਉਹਦੀ ਜਿਹੜੀ ਖੁਸ਼ੀ ਪ੍ਰਸੰਨਤਾ ਮੈਂ ਪਾਵਾਂਗਾ। ना ध्यान आन को धरो, ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਿਆਨਾ ਮੈਂ ਹੋਰ ਕਦਾ ਕੋਈ ਧਿਆਨ ਨਹੀਂ ਧਰਾਂਗਾ। ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤੋ ਜਗ ਸਵੈ ਜਗ ਛਾਇਓ। ਸੋ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦਾ ਮੈਂ ਧਿਆਨ ਨਹੀਂ ਧਾਰਾਂਗਾ। परम जोत पाए हो, जोत ਨਹੀਂ, परम जोत पाए हो, ਜੋ ਮਹਾਨ ਜੋਤੀ ਸਰੂਪ ਉਹਦੀ ਬਖਸ਼ਿਸ਼, ਉਹਦੀ ਪ੍ਰਸੰਨਤਾ ਪਾਵਾਂਗਾ। ना नाम आन उच्चरा, ਜਿਹਦੇ ਵਿੱਚੋਂ ਸਾਰੀਆਂ ਜੋਤਾਂ ਆਈਆਂ, ਪਰਮ ਜੋਤੀ ਹੈ। ਜਿਵੇਂ ਸੂਰਜ ਵਿੱਚੋਂ ਸਾਰੀਆਂ ਕਿਰਨਾਂ ਆਉਂਦੀਆਂ, ਸਾਰੀਆਂ ਕਿਰਨਾਂ ਦਾ ਤਾਂ ਜਿਹੜਾ ਸਮੁਦਾ ਉਹ ਸੂਰਜ ਹੀ ਹੈ ਨਾ, ਮਹਾਨ। ਇਸ ਕਰਕੇ ਉਹ ਜਿਹਦੇ ਵਿੱਚੋਂ ਸਾਰੀਆਂ ਜੋਤੀਆਂ ਆਈਆਂ, ਅਖੰਡ ਜੋਤੀਆਂ ਵੀ ਆਈਆਂ। ਜਿਹਨੇ ਸਾਡੇ ਅੰਦਰ ਜੋਤ ਜਗ ਰਹੀ ਇਸੇ ਦੀ ਆਈ ਹੈ ਜੋਤ। ਇਸ ਕਰਕੇ ਉਹ ਮਹਾਨ ਪਰਮ ਜੋਤ ਹੈ ਜਿਹਦੇ ਵਿੱਚੋਂ ਉਹ ਆਈਆਂ ਹਨ। ਹਾਂ, ना नाम आन उच्चरा, ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਦਾ ਮੈਂ ਨਾਮ ਵੀ ਉਚਾਰਨ ਨਹੀਂ ਕਰਾਂਗਾ, ਨਾਮ ਨਹੀਂ ਜਪਾਂਗਾ। तवक नाम रतियं, ਇਹ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਹੀ ਰਤਿਆ ਰਹਾਂਗਾ। ना आन मान मत्तियं ਹੋਰ मत्तियं, ਹੋਰ ਕਿਸੇ ਦੀ ਜਿਹੜੀ ਮਾਨਕੀ ਮਨੋਰਥ ਕਰਨ ਵਿੱਚ ਮੈਂ ਨਹੀਂ ਮਸਤ ਹੋਵਾਂਗਾ। परम ध्यान धारियं, ਜਿਹੜਾ ਮਹਾਨ ਵਾਹਿਗੁਰੂ ਦਾ ਧਿਆਨ ਮੈਂ ਧਾਰਾਂਗਾ। अनंत पाप टारियं, ਹਾਂ, ਜੋ ਅਨੇਕਾਂ ਪਾਪਾਂ ਨੂੰ ਟਾਲਣ ਵਾਲਾ ਹੈ। तमेव रूप राच्यं, ਇਹ ਨੀਚੇ ਕਰਕੇ ਤੇਰੇ ਸਰੂਪ ਦੇ ਵਿੱਚ ਮੈਂ ਰਚਿਆ ਮਿਚਿਆ ਰਹਾਂ। ना आन दान माच्यं, ਹਾਂ, ਕਿ ਹੋਰ ਆਨ ਹੋਰ ਦੇ ਦਾਨ ਕੀ ਜਾਣਨ ਦੇ ਵਿੱਚ ਮੈਂ ਨਹੀਂ ਮਾਚਿਓ ਕਿ ਤਦਾਕਾਰ ਹੋਵਾਂਗਾ। तवक नाम उचारियं, ਇਹ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਨੂੰ ਮੈਂ ਉਚਾਰਨ ਕਰਦਾ ਰਹਾਂਗਾ। अनंत दुख टारियं, ਅਨੇਕਾਂ ਦੁੱਖਾਂ ਨੂੰ ਟਾਲਣ ਵਾਲਾ ਹੈ ਨਾਮ। चौपई जिन जिन नाम तिहारो ध्याया, ਇਹ ਪਰਮੇਸ਼ਰ ਜਿਸ ਨੇ ਵੀ ਤੇਰਾ ਨਾਮ ਧਿਆਇਆ ਹੈ, दुख पाप तिन निकट न आया। ਉਹਨਾਂ ਜੀਵਾਂ ਦੇ ਜਨਮਣ ਦਾ ਦੁੱਖ ਹੋਰ ਪਾਪਾਂ ਦਾ ਦੁੱਖ ਉਹ ਨੇੜੇ ਨਹੀਂ ਆਉਂਦਾ ਹੈ। जे जे और ध्यान को धरहि, ਜਿਹੜੇ ਜਿਹੜੇ ਵੀ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦਾ ਧਿਆਨ ਧਰਦੇ ਹਨ, बहस 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 बादन ते ਉਹ ਤਾਂ मरहि। ਬਹਿਸਾਂ ਮੁਆਸਾ ਕਰਕੇ ਝਗੜੇ ਕਰਕੇ ਮਰਦੇ ਖਪਦੇ। ਵੀ ਕਿਸੇ ਨੇ ਕਹਿ ਦਿੱਤਾ ਵੀ ਜਿਹੜਾ ਇਹ ਸਾਡਾ ਇਸ਼ਟ ਹੈ, ਇਹ ਬੜਾ ਮਹਾਨ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ। ਦੂਜੇ ਨੂੰ ਉਹਨੂੰ ਭੰਡਤਾ, ਉਹਦੇ 'ਚ ਨੁਕਸ, ਉਹਦੇ 'ਚ ਖਾਮੀਆਂ ਕਰਦੀਆਂ ਵੀ ਇਹ ਤੋਂ ਵੱਡਾ ਕਹਿਣਾ ਤਾਂ ਕੁਛ ਵੀ ਨਹੀਂ ਹੈ। ਫਿਰ ਉੱਥੋਂ ਫਿਰ ਬਹਿਸ ਸ਼ੁਰੂ ਹੋ ਜਾਂਦੀ ਹੈ। ਫਿਰ ਬਹਿਸ ਤੋਂ ਅੱਗੇ ਵੱਧਦਾ ਝਗੜਾ ਵੱਧ ਜਾਂਦਾ। ਫਿਰ ਡਾਂਗ ਡੂਸੇ ਤੱਕ ਆ ਜਾਂਦੇ, ਗੜਾਸੋ ਗੜਾਸੀ ਹੋ ਜਾਂਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਦਾ ਹੋਰ ਧਿਆਨ ਧਰਦੇ, ਉਹਨਾਂ ਦਾ ਰੌਲਾ ਪੈ ਜਾਂਦਾ ਹੈ, ਚਰਚਾ ਸ਼ੁਰੂ ਹੋ ਜਾਂਦੀ, ਫਿਰ ਝਗੜੇ ਸ਼ੁਰੂ ਹੋ ਜਾਂਦੇ, ਝਗੜਿਆਂ ਵਿੱਚ ਮਰਦੇ ਹਨ। हम एह काज जगत मोह आए, ਕਹਿੰਦੇ ਅਸੀਂ ਤਾਂ ਸੰਸਾਰ ਦੇ ਵਿੱਚ ਆਹ ਕੰਮ ਕਰਨ ਲਈ ਆਏ ਹਾਂ, ਇਸ ਵਾਸਤੇ ਆਏ ਹਾਂ। धर्म हेत गुरुदेव पठाए, ਇਹ ਤੁਸੀਂ ਧਰਮ ਦਾ ਪ੍ਰਚਾਰ ਕਰਨਾ ਹੈ। ਤੇ ਇਸ ਤਰ੍ਹਾਂ ਗੁਰਦੇਵ ਜਿਹੜੇ ਗੁਰ ਪੂਜਨੀਕ ਦੇ ਪ੍ਰਕਾਸ਼ ਵਾਹਿਗੁਰੂ ਉਹਨਾਂ ਨੇ ਸਾਨੂੰ ਪਠਾਏ ਭੇਜਿਆ ਹੈ। जहाँ तहाँ तुम धर्म बिथारो, ਤਹਾਂ ਸੰਸਾਰ ਦੇ ਵੀ ਤੁਸੀਂ ਕਹਿੰਦੇ ਜਾ ਕੇ ਧਰਮ ਫੈਲਾਓ। दुष्ट दोखियन पकर पछारो, ਜਿਹੜੇ ਧਰਮ ਵਿੱਚ ਦਖਲਅੰਦਾਜ਼ੀ ਕਰਨ ਵਾਲੇ ਦੁਸ਼ਟ ਤੇ ਦੁਖੀ ਹਨ ਧਰਮੀਆਂ ਦੇ,
ਉਹਨਾਂ ਨੂੰ ਫੜ ਕੇ ਪਟਕਾ ਦਿਓ। ਯਾਹੀ ਕਾਜ ਧਰਾ ਹਮ ਜਨਮ। ਮਹਾਰਾਜ ਕਹਿੰਦੇ ਇਸੇ ਕੰਮ ਵਾਸਤੇ ਅਸੀਂ ਅਵਤਾਰ ਧਾਰਿਆ ਹੈ। ਸਮਝ ਲੇਹੁ ਸਾਧੂ ਸਭ ਮਨ। ਸਾਰੇ ਸਾਧੂ ਜਨੋ ਆਪੋ ਆਪਣੇ ਮਨਾਂ ਵਿੱਚ ਤੁਸੀਂ ਸਮਝ ਲਓ। ਧਰਮ ਚਲਾਵਨ ਸੰਤ ਉਬਾਰਨ। ਫਿਰ ਕਹਿੰਦੇ ਆ ਲੋਕਾਂ ਨੂੰ ਸੰਸਾਰ ਦੇ ਵਿੱਚ ਧਰਮ ਨੂੰ ਚਲਾਉਣਾ ਤੋਰਨਾ, ਤੇ ਜਿਹੜੇ ਸੰਤ ਲੋਕ ਹੈ ਉਹਨਾਂ ਨੂੰ ਬਚਾਉਣਾ ਦੁੱਖਾਂ ਰਗੜਿਆਂ ਝਗੜਿਆਂ ਤੋਂ। ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਹੜੇ ਦੁਸ਼ਟ ਲੋਕ ਹੈ ਧਰਮ ਦੇ ਦੁਖੀ ਹੈ ਸਾਰਿਆਂ ਦੀਆਂ ਜੜ੍ਹਾਂ ਪੁੱਟ ਦੇਣਗੀਆਂ, ਉਹਨਾਂ ਨੂੰ ਜੜ੍ਹਾਂ ਤੋਂ ਖਤਮ ਕਰ ਦੇਣਾ। ਖਤਮ ਉਹਨਾਂ ਦੀ ਹੋਂਦ ਹਾਸਤੀ ਖਤਮ ਕਰ ਦੇਣੀ। ਇਸ ਲਈ ਅਸੀਂ ਆਏ ਹਾਂ ਸੰਸਾਰ ਵਿੱਚ। ਜੇ ਜੇ ਭਏ ਪਹਿਲ ਅਵਤਾਰਾ। ਜਿਹੜੇ ਵੀ ਪਹਿਲਾਂ ਕੋਈ ਉਹ ਅਵਤਾਰ ਹੋਇਆ ਗੁਰੂ ਨਾਨਕ ਸਾਹਿਬ ਤੋਂ ਬਿਨਾਂ, ਆਪ ਤਿੰਨ ਜਾਪ ਉਚਾਰਾ। ਉਹਨਾਂ ਨੇ ਤਾਂ ਸੰਸਾਰ ਦੇ ਵਿੱਚ ਆ ਕੇ ਆਪੋ ਆਪਣਾ ਵੀ ਜਿਹੜਾ ਜਾਪ ਹੈ ਲੋਕਾਂ ਤੋਂ ਚੁਰਾਇਆ ਕਰਵਾਇਆ, ਆਪਣਾ ਨਾਮ ਹੀ ਜਪਾਇਆ ਹੈ। ਪ੍ਰਭ ਦੋਖੀ ਕੋਈ ਨਾ ਬਿਦਾਰਾ। ਪਰਮੇਸ਼ਰ ਦਾ ਦੋਖੀ ਬਣਿਆ ਬੈਠਾ ਸੀ, ਵੈਰੀ ਬਣਿਆ ਬੈਠਾ ਸੀ, ਉਹਨੂੰ ਕਿਸੇ ਨੇ ਨਾਸ ਨਹੀਂ ਕੀਤਾ ਹੈ। ਧਰਮ ਕਰਮ ਕੋ ਰਾਹ ਨ ਡਾਰਾ। ਆ ਜਿਹੜਾ ਧਰਮ ਦਾ ਕਰਮ ਹੈ ਇਹਦੇ ਕਿਸੇ ਨੇ ਰਸਤੇ ਨਹੀਂ ਪਾਇਆ ਹੈ। ਜੇ ਜੇ ਗੌਸ ਅੰਬੀਆ ਭਏ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਜਿਹੜੇ ਕੋਈ ਗੌਸ ਲੋਕ ਹੋਏ ਨੇ, ਜਿਹੜੇ ਕੋਈ ਸ਼ਕਤੀ ਦੇ ਬਲ ਦੇ ਨਾਲ ਆਪਣੇ ਅੰਗਾਂ ਨੂੰ ਵੱਖਰੇ ਵੱਖਰੇ ਜੇ ਕਰਕੇ ਖੜਾ ਦੇਣ, ਵੀ ਐ ਪਤਾ ਲੱਗੇ ਵੀ ਇਹ ਤਾਂ ਵੱਢ ਟੁੱਕ ਕੇ ਸਿੱਟਿਆ ਪਿਆ ਹੈ। ਉਹ ਕਹਿੰਦੇ ਸਿੱਧੀ ਦੇ ਬਲ ਨਾਲ ਜਿਹੜੇ ਕੋਈ ਉਹ ਸਰੀਰ ਨੂੰ ਵੱਖਰਾ ਵੱਖਰਾ ਕਰਨ, ਉਹ ਜਿਹੜੇ ਗੌਸ ਹੈ ਅੰਬੀਆ, ਜਿਨ੍ਹਾਂ ਨੂੰ ਆਕਾਸ਼ ਵਿੱਚੋਂ ਕੋਈ ਉਹ ਪੈਗਾਮ ਆਉਂਦਾ ਹੈ। ਜਾਂ ਅੰਬੀਆ ਜਿਹੜੇ ਕੋਈ ਪਾਤਸ਼ਾਹ ਲੋਕ ਸੰਸਾਰ ਵਿੱਚ ਹੋਏ ਹਨ। ਮੈਂ ਕਰਤ ਜਗਤ ਤੇ ਗਏ। ਹੋਏ ਗੌਸ ਕਹਿੰਦੇ ਅਸੀਂ ਵੀ ਰੱਬ ਹਾਂ, ਅਸੀਂ ਵੀ ਅੱਲਾਹ ਤਾਲਾ ਹਾਂ। ਕਹਿੰਦੇ ਅਸੀਂ ਮੈਂ ਹਾਂ ਉਹ ਸੰਸਾਰ ਤੋਂ ਚਲੇ ਗਏ ਹਾਂ। ਮਹਾਪੁਰਖ ਕਾਹੂ ਨਾ ਪਛਾਨਾ। ਜਿਹੜਾ ਵੱਡਾ ਮਹਾ ਅਕਾਲ ਪੁਰਖ ਹੈ ਉਹਨੂੰ ਕਿਸੇ ਨੇ ਕੁਝ ਨਹੀਂ ਜਾਣਿਆ ਪਛਾਣਿਆ। ਧਰਮ ਕਰਮ ਕੋ ਕਛੂ ਨ ਜਾਨਾ। ਜਿਹੜਾ ਧਰਮ ਦਾ ਕਰਮ ਹੈ ਉਹਨੂੰ ਕੁਝ ਕਰਕੇ ਨਹੀਂ ਸਮਝਿਆ ਹੈ। ਕਰਮ ਧਰਮ ਕੋ ਕਛੂ ਨ ਜਾਨਾ। ਧਰਮ ਕੋ ਕਰਮ ਕਛੂ ਨ ਜਾਨਾ। ਅਰਥ ਧਰਮ ਦਾ ਜਿਹੜਾ ਕਰਮ ਉਹਨੂੰ ਕੁਝ ਕਰਕੇ ਨਹੀਂ ਜਾਣਿਆ ਹੈ। ਅਵਰਨ ਕੀ ਆਸਾ ਕਿਛ ਨਾਹੀ। ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਗੈਰ ਹੋਰਨਾਂ ਦੀ ਆਸਾ ਦੇ ਵਿੱਚ ਕੁਝ ਨਹੀਂ ਹੈ। ਹੋਰਨਾਂ ਦੀ ਆਸਾ ਕੀਤੀਆਂ ਕੁਝ ਨਹੀਂ ਪ੍ਰਾਪਤ ਹੁੰਦਾ ਹੈ। ਏਕੈ ਆਸ ਧਰੋ ਮਨ ਮਾਹੀ। ਅਵਰਨ ਦਾ ਅਰਥ ਅਗਿਆਨੀ ਵੀ ਹੁੰਦਾ। ਅਗਿਆਨੀਆਂ ਦੀ ਆਸਾ ਕੀਤੀਆਂ ਕਿਛ ਨਾਹੀ, ਕੁਝ ਨਹੀਂ ਲੱਭਦਾ ਹੈ। ਇਸ ਕਰਕੇ ਅਗਿਆਨੀਆਂ ਦਾ ਖਹਿੜਾ ਛੱਡ ਕੇ ਇੱਕੋ ਪਰਮੇਸ਼ਰ ਦੀ ਮਨ ਵਿੱਚ ਆਸਾ ਧਾਰੋ ਭਾਈ। ਆਨ ਆਸ ਉਪਜਤ ਕਿਛ ਨਾਹੀ। ਪਰਮੇਸ਼ਰ ਦੀ ਕਹਿੰਦੇ ਬਿਨਾ ਹੋਰਨਾਂ ਦੀ ਆਸਾਂ ਕੀਤੀਆਂ ਕੋਈ ਲਾਭ ਲੂਭ ਨਹੀਂ ਪੈਦਾ ਹੁੰਦਾ ਹੈ। ਵਾਹ ਕੀ ਆਸ ਧਰੋ ਮਨ ਮਾਹੀ। ਇਸ ਕਰਕੇ ਵਾਹ ਕੀ ਉਸ ਪਰਮੇਸ਼ਰ ਅਕਾਲ ਪੁਰਖ ਦੀ ਮਨ ਦੇ ਵਿੱਚ ਆਸਾ ਧਾਰੋ, ਉਹ ਆਸਾ ਪੂਰੀਆਂ ਕਰੇਗਾ। ਆਸਾ ਰੱਖੋ। ਦੋਹਰਾ ਕੋਈ ਪੜਤ ਪੁਰਾ ਕੁਰਾਨ ਕੋ। ਕੋਈ ਤਾਂ ਇੱਥੇ ਮੁਸਲਮਾਨ ਜਿਹੜਾ ਹੈ ਉਹ ਕੁਰਾਨ ਮਜੀਦ ਪੜ੍ਹੀ ਜਾਂਦਾ ਹੈ। ਕੋਰੀ ਪੜਤ ਪੁਰਾਨ। ਕੋਈ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਹਿੰਦੂ ਹਾਂ, ਉਹ ਸ੍ਰੀਮਦ ਭਾਗਵਤ ਪੁਰਾਣ, ਵਿਸ਼ਨੂੰ ਪੁਰਾਣ, ਗਰੁੜ ਪੁਰਾਣ, ਬ੍ਰਹਮ ਪੁਰਾਣ, ਇਸ ਤਰ੍ਹਾਂ ਇਹ ਜਿਹੜੇ ਪੁਰਾਣ ਉਹਨਾਂ ਨੂੰ ਪੜ੍ਹੀ ਜਾਂਦਾ ਹੈ। ਕੋਰੀ ਪੜਤ ਪੁਰਾਨ। ਮੇਰੇ ਕੋਲ ਤਾਂ ਕੋਈ ਹੈ ਕੋਰੀ ਦਾ ਨਹੀਂ, ਕੋਈ ਪਾਠ ਹੈ ਕੋਰੀ ਪੜਤ ਨਹੀਂ, ਕੋਈ ਹੈ। ਸ਼ੁੱਧ ਕਰ ਲੈ, ਉੱਥੇ ਦੇਖ ਲਈ ਸ਼ੁਰੂ ਤੇ ਕੋਈ ਹੈ।
ਕਾਲ ਨਾ ਸਕਤ ਬਚਾਏ ਕੈ। ਹਾਂ ਮਹਾਰਾਜ ਕਹਿੰਦੇ ਭਾਵੇਂ ਕੋਈ ਪ੍ਰਾਣ ਪੜੀ ਜਾਏ, ਭਾਵੇਂ ਕੋਈ ਕੁਰਾਨ ਪੜੀ ਜਾਏ, ਤੇ ਨਿਰਾ ਜਿਹੜਾ ਪੜ੍ਹਨਾ ਪੜ੍ਹਾਉਣਾ ਹੈ ਨਾਮ ਦੇ ਜਾਪ ਤੋਂ ਬਗੈਰ, ਉਹ ਸਾਰਿਆਂ ਨੂੰ ਕਹਿੰਦੇ ਜਿਹੜਾ ਕਾਲ ਹੈ ਨਾ, ਉਹ ਨਹੀਂ ਇਹ ਪੜ੍ਹਨਾ ਪੜ੍ਹਾਉਣਾ ਬਚਾ ਸਕਦਾ ਹੈ। ਇਹ ਤਾਂ ਤੋਤਾ ਰਟੀ ਹੈ, ਜੇ ਕੋਈ ਅਮਲ ਨਹੀਂ ਹੈ। ਫੋਕਟ ਧਰਮ ਨਿਦਾਨ। ਜਿੰਨੇ ਕਹਿੰਦੇ ਧਰਮ ਧਰਮ ਹੈ ਨਿਦਾਨ ਕੀ ਅੰਤ ਨੂੰ ਸਭ ਨਿਸਫਲ ਹੁੰਦੇ ਨੇ, ਕੋਈ ਇਹਨਾਂ ਦਾ ਲਾਭ ਨਹੀਂ ਹੁੰਦਾ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਜੋ ਅਕਾਲ ਪੁਰਖ ਨੇ ਕਿਹਾ ਸੀ, ਉਹ ਆਪਣੇ ਬਾਣੀ ਦੁਆਰਾ ਕਥਨ ਕੀਤਾ। ਇਸੇ ਤਰ੍ਹਾਂ ਹੋਰ ਜੋ ਕੁਛ ਆਪ ਜੀ ਨੂੰ ਵਾਹਿਗੁਰੂ ਨੇ ਕਿਹਾ ਸੀ, ਉਹਦੇ ਸੰਬੰਧੀ ਵੀ ਬਾਣੀ ਦੁਆਰਾ ਇੱਕ ਇਹ ਵਾਕਿਆ ਦਿੱਤੀ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਕੋਈ ਪੜਤ ਪੁਰਾਨ ਕੋ, ਕੋਈ ਪੜਤ ਪੁਰਾਨ, ਕਾਲ ਨਾ ਸਕਤ ਬਚਾਏ ਕੈ। ਫੋਕਟ ਧਰਮ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्वमय दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जंके सदा विवेक, हे अपरंपर हर हरे, है पी होवनहार, हे संतां कै सदा संग, निधारा आधार, हे ठाकुर हाँ दासरो, निर्गुण गुण नहीं कोय, नानक दीजै नाम दान, राखो हियै परहोय। आए प्रभ शरणागति, कृपा निध दयाल, एक अखर हर मन वसत, नानक होत निहाल। वाहिगुरु नाम जहाज है, चढ़े सो तरे पार, जो सरदा कर सेवंदे, गुरु पारे उतारन हार। जो सरदा कर सेवंदे, गुरु पारे उतारन हार। ठाकुर तुम